ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਵਿੱਚ ਤੁਹਾਡਾ ਸਵਾਗਤ ਹੈ। ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨਾਲ ਮਿਲਦੇ ਰਹਿਣ। ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ। ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 12ਵੀਂ ਪਾਠ 2 ਸੀ ਵਿੱਚ ਕੰਟਰੋਲ ਸਟੇਟਮੈਂਟਸ ਵਿੱਚ ਇਸ ਪਾਠ ਦੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਅਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪੜਾਂਗੇ। ਆਓ ਦੇਖਦੇ ਹਾਂ। ਤਾਂ ਸਭ ਤੋਂ ਪਹਿਲਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ, ਬ੍ਰਾਂਚਿੰਗ ਨੂੰ ਪਰਿਭਾਸ਼ਿਤ ਕਰੋ। ਇਸ ਦੀਆਂ ਵੱਖ-ਵੱਖ ਕੰਟਰੋਲ ਸਟੇਟਮੈਂਟਸ ਦੇ ਨਾਮ ਲਿਖੋ। ਬ੍ਰਾਂਚਿੰਗ ਨੂੰ ਸਿਲੈਕਸ਼ਨ ਸਟੇਟਮੈਂਟ ਵੀ ਕਿਹਾ ਜਾਂਦਾ ਹੈ। ਜਦੋਂ ਅਸੀਂ ਕਿਸੇ ਸਟੇਟਮੈਂਟ ਨੂੰ ਕੰਡੀਸ਼ਨ ਦੇ ਆਧਾਰ ਤੇ ਲਾਗੂ ਕਰਨਾ ਹੋਵੇ ਤਾਂ ਬ੍ਰਾਂਚਿੰਗ ਸਟੇਟਮੈਂਟਸ ਦੀ ਵਰਤੋਂ ਕੀਤੀ ਜਾਂਦੀ ਹੈ। ਮਤਲਬ ਕਿ ਜੇਕਰ ਸਾਡਾ ਕੋਈ ਪ੍ਰੋਗਰਾਮ ਹੈ ਉਹਦੇ ਵਿੱਚ ਅਸੀਂ ਸਹੀ ਜਾਂ ਗਲਤ ਦਾ ਫੈਸਲਾ ਕਰਨਾ ਹੋਵੇ ਜਾਂ ਡਿਸੀਜਨ ਮੇਕਿੰਗ ਆਪਰੇਸ਼ਨ ਪਰਫਾਰਮ ਕਰਨੇ ਹੋਣ ਤਾਂ ਉਸ ਕੇਸ ਦੇ ਵਿੱਚ ਬ੍ਰਾਂਚਿੰਗ ਸਟੇਟਮੈਂਟ ਵਰਤੀ ਜਾਂਦੀ ਹੈ। ਮਤਲਬ ਕਿ ਸਾਡੇ ਕੋਲ ਦੋ ਕੇਸ ਹੋਣਗੇ, ਟਰੂ ਜਾਂ ਫਾਲਸ। ਜੇ ਟਰੂ ਹੋਵੇਗਾ ਤਾਂ ਇੱਕ ਕੇਸ ਚਲੇਗਾ, ਫਾਲਸ ਹੈ ਤੇ ਦੂਸਰਾ ਚਲੇਗਾ। ਮਤਲਬ ਜੋ ਸਹੀ ਜਾਂ ਗਲਤ ਦਾ ਫੈਸਲਾ ਕਰਨਾ ਹੋਵੇ ਤਾਂ ਉਸ ਕੇਸ ਵਿੱਚ ਸਿਲੈਕਸ਼ਨ ਸਟੇਟਮੈਂਟਸ ਦੀ ਵਰਤੋਂ ਹੁੰਦੀ ਹੈ। ਬ੍ਰਾਂਚਿੰਗ ਕੰਟਰੋਲ ਸਟੇਟਮੈਂਟ ਦੋ ਕਿਸਮ ਦੀਆਂ ਹੁੰਦੀਆਂ ਹਨ। ਨੰਬਰ 1 ਕੰਡੀਸ਼ਨਲ ਕੰਟਰੋਲ ਸਟੇਟਮੈਂਟਸ ਤੇ ਨੰਬਰ 2 ਮਲਟੀ ਵੇ ਕੰਡੀਸ਼ਨਲ ਕੰਟਰੋਲ ਸਟੇਟਮੈਂਟਸ। ਪਹਿਲੇ ਗੱਲ ਕਰਦੇ ਹਾਂ ਕੰਡੀਸ਼ਨਲ ਕੰਟਰੋਲ ਸਟੇਟਮੈਂਟਸ ਦੀ। ਉਦਾਹਰਨ ਵਜੋਂ ਇਫ ਐਲਸ। ਇਫ ਐਲਸ ਦਾ ਮਤਲਬ ਹੁੰਦਾ ਜਦੋਂ ਸਾਡੇ ਕੋਲ ਦੋ ਆਪਸ਼ਨ ਹੋਣ, ਟਰੂ ਜਾਂ ਫਾਲਸ, ਉਸ ਟਾਈਮ ਤੇ ਕੰਡੀਸ਼ਨਲ ਕੰਟਰੋਲ ਸਟੇਟਮੈਂਟ ਵਰਤੀਆਂ ਜਾਂਦੀਆਂ ਨੇ। ਇੱਕ ਹੁੰਦੀ ਹੈ ਮਲਟੀ ਵੇ ਕੰਡੀਸ਼ਨਲ ਕੰਟਰੋਲ ਸਟੇਟਮੈਂਟਸ। ਮਲਟੀ ਵੇ ਦਾ ਮਤਲਬ ਜਦੋਂ ਸਾਡੇ ਕੋਲ ਦੋ ਤੋਂ ਜ਼ਿਆਦਾ ਕੰਡੀਸ਼ਨਸ ਹੋਣ, ਦੋ ਤੋਂ ਜ਼ਿਆਦਾ ਕੰਡੀਸ਼ਨ ਦੇ ਵਿੱਚ ਸਹੀ ਜਾਂ ਗਲਤ ਦਾ ਫੈਸਲਾ ਕਰਨਾ ਹੋਵੇ ਤੇ ਉਸ ਟਾਈਮ ਤੇ ਅਸੀਂ ਮਲਟੀ ਵੇ ਕੰਡੀਸ਼ਨਲ ਕੰਟਰੋਲ ਸਟੇਟਮੈਂਟ ਦੀ ਵਰਤੋਂ ਕਰਦੇ ਹਾਂ। ਉਦਾਹਰਨ ਵਜੋਂ ਸਵਿਚ ਕੇਸ ਸਟੇਟਮੈਂਟ। ਤੇ ਸਵਿਚ ਕੇਸ ਸਟੇਟਮੈਂਟ ਜਿਹੜੀ ਹੈ ਇਹ ਇੱਕ ਮਲਟੀ ਵੇ ਕੰਡੀਸ਼ਨਲ ਕੰਟਰੋਲ ਸਟੇਟਮੈਂਟ ਹੈ। ਨੰਬਰ 2 ਲੂਪਿੰਗ ਕੀ ਹੈ। ਤਿੰਨ ਵੱਖ-ਵੱਖ ਕਿਸਮ ਦੀਆਂ ਲੂਪਿੰਗ ਸਟੇਟਮੈਂਟਸ ਦੇ ਨਾਮ ਲਿਖੋ। ਇਸ ਨੂੰ ਆਈਟਰੇਟਿਵ ਸਟੇਟਮੈਂਟ ਵੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਕਿਸੇ ਸਟੇਟਮੈਂਟ ਜਾਂ ਹਦਾਇਤ ਨੂੰ ਬਾਰ-ਬਾਰ ਲਾਗੂ ਕਰਨ ਲਈ ਕੀਤੀ ਜਾਂਦੀ ਹੈ। ਮਤਲਬ ਜੇਕਰ ਅਸੀਂ ਚਾਹੁੰਦੇ ਹਾਂ ਕਿ ਕਿਸੇ ਸਟੇਟਮੈਂਟ ਨੂੰ ਬਾਰ-ਬਾਰ ਰਿਪੀਟ ਕਰਨਾ ਹੈ ਤੇ ਉਹਦੇ ਲਈ ਲੂਪਿੰਗ ਸਟੇਟਮੈਂਟ ਦੀ ਵਰਤੋਂ ਕਰਾਂਗੇ। ਮੰਨ ਲਓ ਤੁਹਾਨੂੰ ਕਿਹਾ ਜਾਂਦਾ 1 ਤੋਂ ਲੈ ਕੇ 100 ਤੱਕ ਗਿਣਤੀ ਲਿਖੋ ਤੇ ਉਹਦੇ ਲਈ ਅਸੀਂ ਲੂਪਿੰਗ ਵਰਤ ਸਕਦੇ ਹਾਂ। ਸਾਨੂੰ 100 ਤੱਕ ਗਿਣਤੀ ਲਿਖਣ ਦੀ ਲੋੜ ਨਹੀਂ ਹੈ। ਅਸੀਂ ਛੋਟਾ ਜਿਹਾ ਪ੍ਰੋਗਰਾਮ ਬਣਾ ਕੇ 100 ਤੱਕ, 1000 ਤੱਕ ਜਾਂ ਜੋ ਸਾਡੀ ਰਿਕੁਆਇਰਮੈਂਟ ਹੈ ਉਹਦੇ ਹਿਸਾਬ ਨਾਲ ਆਪਾਂ ਗਿਣਤੀ ਲਿਖ ਸਕਦੇ ਹਾਂ। ਤਿੰਨ ਲੂਪਿੰਗ ਸਟੇਟਮੈਂਟਸ ਦੇ ਨਾਮ ਹੇਠ ਲਿਖੇ ਅਨੁਸਾਰ ਹਨ। ਨੰਬਰ 1 ਫੋਰ ਲੂਪ, ਨੰਬਰ 2 ਵਾਈਲ ਲੂਪ ਤੇ ਨੰਬਰ 3 ਡੂ ਵਾਈਲ ਲੂਪ। ਇਹ ਤਿੰਨੋਂ ਲੂਪਿੰਗ ਸਟੇਟਮੈਂਟ ਨੇ ਜਿਨ੍ਹਾਂ ਦਾ ਕੰਮ ਕੀ ਹੈ ਕਿਸੇ ਸਟੇਟਮੈਂਟ ਨੂੰ ਬਾਰ-ਬਾਰ ਰਿਪੀਟ ਕਰਨਾ। ਅੱਗੇ ਅਸੀਂ ਨੈਕਸਟ ਸੈਸ਼ਨ 'ਚ ਇਹਦੇ ਪ੍ਰੋਗਰਾਮ ਵੀ ਕਰਾਂਗੇ, ਪ੍ਰੈਕਟੀਕਲ ਵੀ ਕਰਾਂਗੇ। ਥਰਡ ਕੁਐਸਚਨ ਹੈ ਨੈਸਟਡ ਇਫ ਸਟੇਟਮੈਂਟ ਕੀ ਹੈ, ਇਸ ਦੀ ਬਣਤਰ ਜਾਂ ਸਿੰਟੈਕਸ ਲਿਖੋ। ਜਦੋਂ ਇੱਕ ਇਫ ਸਟੇਟਮੈਂਟ ਦੇ ਅੰਦਰ ਇੱਕ ਹੋਰ ਇਫ ਸਟੇਟਮੈਂਟ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਸਨੂੰ ਨੈਸਟਡ ਇਫ ਜਾਂ ਨੈਸਟਿੰਗ ਇਫ ਕਿਹਾ ਜਾਂਦਾ ਹੈ। ਇਹ ਇੱਕ ਮਲਟੀ ਵੇ ਡਿਸੀਜਨ ਮੇਕਿੰਗ ਸਟੇਟਮੈਂਟ ਹੈ। ਮਤਲਬ ਜਦੋਂ ਅਸੀਂ ਇਫ ਦੇ ਅੰਦਰ ਇਫ ਦੀ ਵਰਤੋਂ ਕਰਦੇ ਹਾਂ ਤਾਂ ਉਸਨੂੰ ਬੋਲਦੇ ਨੈਸਟਡ ਇਫ। ਤੇ ਇਫ ਬਾਰੇ ਤੁਹਾਨੂੰ ਪਿੱਛੇ ਦੱਸਿਆ ਕਿ ਇਫ ਇੱਕ ਬ੍ਰਾਂਚਿੰਗ ਸਟੇਟਮੈਂਟ ਹੈ। ਮਤਲਬ ਜਦੋਂ ਇਫ ਦੇ ਅੰਦਰ ਇਫ ਆ ਜਾਏ, ਕੋਈ ਕੰਪਲੈਕਸ ਐਕਸਪ੍ਰੈਸ਼ਨ ਆ ਗਿਆ ਕਿ ਦੋ ਤੋਂ ਵੱਧ ਕੰਡੀਸ਼ਨਾਂ ਦੀ ਵਰਤੋਂ ਕਰਨੀ ਹੈ ਤੁਸੀਂ ਕੋਈ ਰਿਜ਼ਲਟ ਫਾਈਂਡ ਆਊਟ ਕਰਨ ਲਈ, ਉਸ ਕੇਸ ਵਿੱਚ ਅਸੀਂ ਨੈਸਟਡ ਇਫ ਵਰਤਦੇ ਹਾਂ। ਜਿਹੜੀ ਨੈਸਟਡ ਇਫ ਸਟੇਟਮੈਂਟ ਹੈ ਇਹ ਵੀ ਇੱਕ ਮਲਟੀ ਵੇ ਡਿਸੀਜਨ ਮੇਕਿੰਗ ਸਟੇਟਮੈਂਟ ਹੈ। ਹੁਣ ਅਸੀਂ ਇਹਦਾ ਸਿੰਟੈਕਸ ਦੇਖਦੇ ਹਾਂ ਕਿ ਇਹਦਾ ਫਾਰਮੂਲਾ ਕੀ ਹੈ ਲਿਖਣ ਦਾ। ਇਹਦਾ ਸਿੰਟੈਕਸ ਹੈ ਇਫ ਕੰਡੀਸ਼ਨ 1 curly braces start if condition 2 statement block 1 else statement block 2 curly braces 1 else curly braces start if condition 3 statement block 3 else statement block 4 ਤੇ curly braces ਬੰਦ। ਮਤਲਬ ਇਸ ਸਟੇਟਮੈਂਟ ਵਿੱਚ ਕੰਪਾਈਲਰ ਸਭ ਤੋਂ ਪਹਿਲਾਂ ਕੰਡੀਸ਼ਨ 1 ਦੀ ਪਰਖ ਕਰੇਗਾ। ਮਤਲਬ ਕੰਡੀਸ਼ਨ 1 ਚੈੱਕ ਕਰੇਗਾ ਕੰਪਾਈਲਰ। ਜੇਕਰ ਕੰਡੀਸ਼ਨ 1 ਸਹੀ ਹੈ ਤਾਂ ਕੰਡੀਸ਼ਨ 2 ਦੀ ਵੀ ਪਰਖ ਕਰੇਗਾ। ਜੇਕਰ ਕੰਡੀਸ਼ਨ 1 ਸਹੀ ਹੈ ਤੇ 2 ਨੂੰ ਵੀ ਚੈੱਕ ਕਰੇਗਾ। ਜੇਕਰ ਕੰਡੀਸ਼ਨ 2 ਵੀ ਸਹੀ ਹੈ ਤਾਂ ਸਟੇਟਮੈਂਟ ਬਲੋਕ 1 ਲਾਗੂ ਹੋਵੇਗਾ। ਜੇਕਰ ਕੰਡੀਸ਼ਨ 2 ਗਲਤ ਹੈ ਤਾਂ ਸਟੇਟਮੈਂਟ ਬਲੋਕ 2 ਲਾਗੂ ਹੋਵੇਗਾ। ਮਤਲਬ ਜੇ 2 ਵਾਲੀ ਕੰਡੀਸ਼ਨ ਗਲਤ ਹੋ ਜਾਂਦੀ ਹੈ ਤਾਂ ਸਟੇਟਮੈਂਟ ਬਲੋਕ 2 ਲਾਗੂ ਹੋਵੇਗਾ। ਇਸੇ ਤਰ੍ਹਾਂ ਜੇਕਰ ਕੰਡੀਸ਼ਨ 1 ਗਲਤ ਹੋ ਜਾਂਦੀ ਹੈ ਤੇ ਸਿੱਧਾ ਕੰਡੀਸ਼ਨ 3 ਤੇ ਆ ਜਾਏਗਾ। ਤੇ ਜੇਕਰ ਕੰਡੀਸ਼ਨ 3 ਸਹੀ ਹੈ ਤਾਂ ਸਟੇਟਮੈਂਟ ਬਲੋਕ 3 ਚਲੇਗਾ। ਅਗਰ ਕੰਡੀਸ਼ਨ 3 ਵੀ ਗਲਤ ਹੋ ਜਾਂਦੀ ਹੈ ਤਾਂ ਸਟੇਟਮੈਂਟ ਬਲੋਕ 4 ਚਲੇਗਾ। ਇਸ ਦਾ ਪ੍ਰੋਗਰਾਮ ਤੁਹਾਨੂੰ ਨੈਕਸਟ ਸੈਕਸ਼ਨ 'ਚ ਕਰਾਵਾਂਗੇ। ਚੌਥਾ ਪ੍ਰਸ਼ਨ ਹੈ ਇਫ ਐਲਸ ਸਟੇਟਮੈਂਟ ਕੀ ਹੈ।
इफ एल्स स्टेटमेंट ਲਈ ਇੱਕ ਪ੍ਰੋਗਰਾਮ ਲਿਖੋ। ਇਸ ਸਟੇਟਮੈਂਟ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਦੋ ਸਟੇਟਮੈਂਟ ਵਿੱਚੋਂ ਕੋਈ ਇੱਕ ਸਟੇਟਮੈਂਟ ਸਿਲੈਕਟ ਕਰਨੀ ਹੋਵੇ। ਮਤਲਬ ਕਿ ਤੁਹਾਡੇ ਕੋਲ ਦੋ ਕੰਡੀਸ਼ਨਸ ਹੈਗੀਆਂ ਤੇ ਸਹੀ ਜਾਂ ਗਲਤ, ਤੇ ਉਹਦੇ ਵਿੱਚੋਂ ਕੋਈ ਇੱਕ ਚੁਣਨੀ ਹੈ। ਉਸ ਕੇਸ 'ਚ ਅਸੀਂ ਇਫ ਐਲਸ ਦੀ ਵਰਤੋਂ ਕਰਦੇ ਹਾਂ। ਤੇ ਇਹਦਾ ਸਿੰਟੈਕਸ ਇਸ ਤਰ੍ਹਾਂ ਹੈ, ਇਫ ਕੰਡੀਸ਼ਨ ਬਲੋਕ 1 ਐਲਸ ਬਲੋਕ 2। ਮਤਲਬ ਜੇਕਰ ਕੰਡੀਸ਼ਨ ਸਹੀ ਹੈ ਤਾਂ ਬਲੋਕ 1 ਲਾਗੂ ਹੋਵੇਗਾ, ਅੱਜ ਜੇਕਰ ਗਲਤ ਹੈ ਤੇ ਬਲੋਕ 2 ਲਾਗੂ ਹੋਵੇਗਾ। ਹੁਣ ਅਸੀਂ ਇਹਦਾ ਪ੍ਰੋਗਰਾਮ ਦੇਖਦੇ ਹਾਂ। ਇੱਥੇ ਮੈਂ ਪ੍ਰੋਗਰਾਮ ਬਣਾਇਆ, ਪ੍ਰੋਗਰਾਮ ਟੂ ਪ੍ਰਿੰਟ ਗ੍ਰੇਟਰ ਆਫ 2 ਨੰਬਰਸ ਯੂਜ਼ਿੰਗ ਇਫ ਐਲਸ। ਇਹਦੀ ਵੈਰੀ ਫਸਟ ਲਾਈਨ ਹੈ, ਤੁਹਾਨੂੰ ਕਾਫੀ ਵਾਰ ਦੱਸ ਚੁੱਕੇ ਹਾਂ, ਇਸ ਨੂੰ ਬੋਲਦੇ ਆ ਕਮੈਂਟ ਲਾਈਨ। ਉਸ ਤੋਂ ਬਾਅਦ ਹੈਸ਼ ਇਨਕਲੂਡ stdio.h ਤੇ conio.h, ਇਹ ਦੋਨੋਂ ਸਾਡੇ ਕੀ ਨੇ, ਹੈਡਰ ਫਾਈਲਸ ਜਿਹੜੀਆਂ ਪ੍ਰੋਗਰਾਮ ਦੇ ਸ਼ੁਰੂ 'ਚ ਵਰਤੀਆਂ ਜਾਂਦੀਆਂ ਨੇ। stdio.h ਕਿਹਦੇ ਲਈ ਵਰਤੀ ਜਾਂਦੀ ਹੈ, printf ਤੇ scanf ਫੰਕਸ਼ਨ ਲਈ, ਤੇ conio ਕਿਹਦੇ ਲਈ ਵਰਤੀ ਜਾਂਦੀ ਹੈ, clear screen ਤੇ getch ਲਈ। void main ਫੰਕਸ਼ਨ ਲਿਆ, ਹਰ C ਪ੍ਰੋਗਰਾਮ ਦੀ ਸ਼ੁਰੂਆਤ void main ਫੰਕਸ਼ਨ ਤੋਂ ਹੁੰਦੀ ਹੈ। ਕਰਲੀ ਬ੍ਰੇਸਿਸ ਲਗਾਈ, int a b, ਦੋ ਮੈਂ ਵੈਰੀਏਬਲ ਲਏ ਹੈ int ਟਾਈਪ ਦੇ। clear screen ਫੰਕਸ਼ਨ ਲਗਾਇਆ, printf 'ਚ enter value of a b, a ਤੇ b ਦੀ ਵੈਲਿਊ ਨੂੰ scanf ਕੀਤਾ। %d, %d, %a, %b, %b a ਤੇ b ਕਿਉਂ ਲਗਾਇਆ, a ਤੇ b ਦੀ ਵੈਲਿਊ ਮੈਮਰੀ ਵਿੱਚ ਦੇਣ ਲਈ। ਇੱਥੇ ਲਗਾਇਆ ਇਫ a ਗ੍ਰੇਟਰ ਦੈਨ b, ਇਹ ਸਾਡੀ ਕੰਡੀਸ਼ਨ ਹੈ। ਜੇਕਰ a b ਤੋਂ ਵੱਡਾ ਹੈ ਤੇ ਮੈਸੇਜ ਆਏਗਾ a ਇਜ਼ ਗ੍ਰੇਟਰ, ਅਗਰ b a ਤੋਂ ਵੱਡਾ ਹੈ ਤੇ b ਇਜ਼ ਗ੍ਰੇਟਰ। ਮਤਲਬ ਕਿ ਇਹ ਬਲੋਕ 1 ਟਰੂ ਕੇਸ ਹੈ ਤੇ ਐਲਸ ਵਾਲਾ ਫਾਲਸ ਕੇਸ ਹੈ। ਹੁਣ ਜਿਹੜਾ ਅਸੀਂ ਪ੍ਰੋਗਰਾਮ ਬਣਾਇਆ ਹੈ ਇਹਨੂੰ ਰਨ ਕਰਕੇ ਦੇਖਦੇ ਹਾਂ। ਮੈਂ ਲਿਖਿਆ alt F9 ਨਾਲ ਕੰਪਾਈਲ ਕੀਤਾ, ਕੰਟਰੋਲ F9 ਨਾਲ ਰਨ ਕੀਤਾ। ਐਂਟਰ ਵੈਲਿਊ a ਐਂਡ b, a ਨੂੰ ਵੈਲਿਊ ਦਿੱਤੀ 10, b ਨੂੰ ਦਿੱਤੀ 5, ਮਤਲਬ ਕਿ 10 5 ਤੋਂ ਵੱਡਾ ਹੈ, ਇਸ ਕਰਕੇ ਕਿਹਾ ਹੈ a ਇਜ਼ ਗ੍ਰੇਟਰ। ਤੇ ਦੁਬਾਰਾ ਫਿਰ ਪ੍ਰੋਗਰਾਮ ਨੂੰ ਚਲਾ ਕੇ ਦੇਖਦੇ ਹਾਂ। ਤੇ ਹੁਣ ਮੈਂ ਇੱਥੇ a ਦੀ ਵੈਲਿਊ ਲਈ ਹੈ 5 ਤੇ b ਦੀ ਲਈ ਹੈ 10, ਤੇ ਹੁਣ ਕੀ ਆਇਆ, b ਇਜ਼ ਗ੍ਰੇਟਰ। ਕਿਉਂ, ਕਿਉਂਕਿ ਕੰਡੀਸ਼ਨ ਸਹੀ ਹੈ ਤਾਂ a ਇਜ਼ ਗ੍ਰੇਟਰ ਆਏਗਾ, ਫਾਲਸ ਹੈ ਤੇ b ਇਜ਼ ਗ੍ਰੇਟਰ ਆਏਗਾ। ਇਸ ਪ੍ਰੋਗਰਾਮ ਨੂੰ ਤੁਸੀਂ ਟਰਾਈ ਕਰਕੇ ਜ਼ਰੂਰ ਦੇਖਣਾ, ਜੇ ਤੁਹਾਡੇ ਕੋਲ ਕੰਪਿਊਟਰ ਅਵੇਲੇਬਲ ਹੈ ਫਿਰ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇਗਾ। ਤੇ ਨੰਬਰ 5 ਹੈ ਕੁਐਸਚਨ, ਵਾਈਲ ਸਟੇਟਮੈਂਟ ਕੀ ਹੈ, ਇਸ ਦੀ ਬਣਤਰ ਸਿੰਟੈਕਸ ਲਿਖੋ। ਇਹ ਇੱਕ ਲੂਪਿੰਗ ਸਟੇਟਮੈਂਟ ਹੈ, ਇਹ ਇੱਕ ਪ੍ਰੀ ਟੈਸਟ ਲੂਪ ਹੈ। ਮਤਲਬ ਲੂਪਿੰਗ ਸਟੇਟਮੈਂਟ ਤੇ ਹੈ ਨਾਲ ਪ੍ਰੀ ਟੈਸਟ ਲੂਪ ਹੈ। ਤੇ ਪ੍ਰੀ ਟੈਸਟ ਲੂਪ ਦਾ ਮਤਲਬ ਹੁੰਦਾ ਹੈ ਕਿ ਕੰਡੀਸ਼ਨ ਜਿਹੜੀ ਹੈ ਉਹ ਪਹਿਲਾਂ ਚੈੱਕ ਹੁੰਦੀ ਹੈ ਤੇ ਬੋਡੀ ਆਫ ਲੂਪ ਉਸ ਤੋਂ ਬਾਅਦ ਵਿੱਚ ਚੱਲਦੀ ਹੈ। ਇਸ ਦੀ ਵਰਤੋਂ ਕਿਸੇ ਸਟੇਟਮੈਂਟ ਨੂੰ ਬਾਰ-ਬਾਰ ਦੁਹਰਾਉਣ ਲਈ ਕੀਤੀ ਜਾਂਦੀ ਹੈ। ਵਾਈਲ ਲੂਪ ਉਦੋਂ ਤੱਕ ਕੰਮ ਕਰਦੀ ਹੈ ਜਦੋਂ ਤੱਕ ਕੰਡੀਸ਼ਨ ਸਹੀ ਹੈ। ਜਦੋਂ ਕੰਡੀਸ਼ਨ ਗਲਤ ਹੋ ਜਾਂਦੀ ਹੈ ਉਦੋਂ ਵਾਈਲ ਲੂਪ ਕੰਮ ਕਰਨਾ ਬੰਦ ਕਰ ਦਿੰਦੀ ਹੈ। ਮਤਲਬ ਕਿ ਜਦੋਂ ਤੱਕ ਕੰਡੀਸ਼ਨ ਸਹੀ ਹੈ ਵਾਈਲ ਲੂਪ ਕੰਮ ਕਰਦੀ ਰਹੇਗੀ, ਜਿੱਦਾਂ ਹੀ ਗਲਤ ਹੋਏਗੀ ਤਾਂ ਵਾਈਲ ਲੂਪ ਕੰਮ ਕਰਨਾ ਬੰਦ ਕਰ ਦੇਵੇਗੀ। ਹੁਣ ਅਸੀਂ ਇਹਦਾ ਸਿੰਟੈਕਸ ਦੇਖਦੇ ਹਾਂ। ਇਹਦੇ ਸਿੰਟੈਕਸ ਸਭ ਤੋਂ ਪਹਿਲੇ ਇਨੀਸ਼ੀਅਲਾਈਜੇਸ਼ਨ ਹੈ, ਫਿਰ ਵਾਈਲ ਕੰਡੀਸ਼ਨ ਹੈ, ਬੋਡੀ ਆਫ ਲੂਪ ਹੈ, ਅਪਡੇਸ਼ਨ ਹੈ ਤੇ ਕਰਲੀ ਬ੍ਰੇਸਿਸ ਬੰਦ ਹੈ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਨੀਸ਼ੀਅਲਾਈਜੇਸ਼ਨ ਦੀ। ਇਸ ਦਾ ਅਰਥ ਹੈ ਕੰਟਰੋਲ ਵੇਰੀਏਬਲ ਨੂੰ ਸ਼ੁਰੂ ਵਾਲੀ ਕੀਮਤ ਦੇਣਾ, ਕਿ ਵੈਲਿਊ ਕੀ ਲੈਣੀ ਹੈ। ਇਸ ਦਾ ਅਰਥ ਹੈ ਲੂਪ ਸ਼ੁਰੂ ਕਿੱਥੋਂ ਹੋਵੇਗੀ, ਲੂਪ ਸ਼ੁਰੂ ਕਿੱਥੋਂ ਕਰਨੀ ਹੈ, ਮਤਲਬ ਸਟਾਰਟਿੰਗ ਵੈਲਿਊ। ਤੇ ਨੰਬਰ 2 ਹੈ ਕੰਡੀਸ਼ਨ, ਇਸ ਦੀ ਵਰਤੋਂ ਲੂਪ ਦੀ ਕੰਡੀਸ਼ਨ ਨੂੰ ਚੈੱਕ ਕਰਨ ਲਈ ਕੀਤੀ ਜਾਂਦੀ ਹੈ। ਇਸ ਨੂੰ ਫਾਈਨਲ ਵੈਲਿਊ ਵੀ ਕਿਹਾ ਜਾਂਦਾ ਹੈ। ਮਤਲਬ ਕਿ ਲੂਪ ਖਤਮ ਕਿੱਥੇ ਹੋਵੇਗੀ ਉਸ ਨੂੰ ਬੋਲਦੇ ਆ ਕੰਡੀਸ਼ਨ, ਸ਼ੁਰੂ ਕਿੱਥੇ ਹੋਵੇਗੀ ਉਹਨੂੰ ਬੋਲਦੇ ਆ ਇਨੀਸ਼ੀਅਲਾਈਜੇਸ਼ਨ। ਤੇ ਨੰਬਰ 3 ਹੈ ਅਪਡੇਸ਼ਨ, ਇਸ ਦਾ ਅਰਥ ਹੈ ਕੰਟਰੋਲ ਵੇਰੀਏਬਲ ਦੀ ਕੀਮਤ ਨੂੰ ਵਧਾਉਣਾ ਜਾਂ ਘਟਾਉਣਾ। ਜੇ ਕੰਟਰੋਲ ਵੇਰੀਏਬਲ ਦੀ ਵੈਲਿਊ ਨੂੰ ਇੰਕਰੀਮੈਂਟ ਜਾਂ ਡਿਕਰੀਮੈਂਟ ਕਰਨਾ ਚਾਹੁੰਦੇ ਹੋ ਤੇ ਉਹਦੇ ਲਈ ਅਸੀਂ ਅਪਡੇਸ਼ਨ ਦੀ ਵਰਤੋਂ ਕਰਦੇ ਹਾਂ। ਤੇ ਵਾਈਲ ਲੂਪ ਦਾ ਪ੍ਰੋਗਰਾਮ ਤੁਹਾਨੂੰ ਨੈਕਸਟ ਸੈਸ਼ਨ 'ਚ ਮਿਲ ਜਾਏਗਾ। ਨੈਕਸਟ ਹੈ ਵੱਡੇ ਉਤਰਾਂ ਵਾਲੇ ਪ੍ਰਸ਼ਨ। ਤੇ ਪਹਿਲਾ ਪ੍ਰਸ਼ਨ ਹੈ ਕੰਟਰੋਲ ਸਟੇਟਮੈਂਟਸ ਕੀ ਹਨ, ਉਹਨਾਂ ਦੀਆਂ ਕਿਸਮਾਂ ਲਿਖੋ। ਸੀ ਪ੍ਰੋਗਰਾਮ ਵਿੱਚ ਪ੍ਰੋਗਰਾਮ ਦੇ ਫਲੋ ਨੂੰ ਕੰਟਰੋਲ ਕਰਨ ਲਈ ਕੰਟਰੋਲ ਸਟੇਟਮੈਂਟ ਦੀ ਵਰਤੋਂ ਹੁੰਦੀ ਹੈ। ਕੰਟਰੋਲ ਸਟੇਟਮੈਂਟ 3 ਕਿਸਮ ਦੀਆਂ ਹੁੰਦੀਆਂ ਹਨ। ਨੰਬਰ 1 ਬ੍ਰਾਂਚਿੰਗ ਸਟੇਟਮੈਂਟਸ, ਨੰਬਰ 2 ਲੂਪਿੰਗ ਸਟੇਟਮੈਂਟਸ ਤੇ ਨੰਬਰ 3 ਜੰਪਿੰਗ ਸਟੇਟਮੈਂਟਸ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬ੍ਰਾਂਚਿੰਗ ਸਟੇਟਮੈਂਟਸ ਦੀ। ਇਸ ਨੂੰ ਸਿਲੈਕਸ਼ਨ ਸਟੇਟਮੈਂਟ ਵੀ ਕਿਹਾ ਜਾਂਦਾ ਹੈ। ਜਦੋਂ ਅਸੀਂ ਕਿਸੇ ਸਟੇਟਮੈਂਟ ਨੂੰ ਕੰਡੀਸ਼ਨ ਦੇ ਆਧਾਰ ਤੇ ਲਾਗੂ ਕਰਨਾ ਹੋਵੇ ਤਾਂ ਬ੍ਰਾਂਚਿੰਗ ਸਟੇਟਮੈਂਟ ਦੀ ਵਰਤੋਂ ਕੀਤੀ ਜਾਂਦੀ ਹੈ। ਉਦਾਹਰਨ ਵਜੋਂ ਇਫ ਤੇ ਸਵਿਚ। ਤੇ ਇਫ ਦੇ ਕਈ ਰੂਪ ਹੁੰਦੇ ਨੇ, ਜਿੱਦਾਂ ਸਿੰਪਲ ਇਫ, ਇਫ ਐਲਸ, ਐਲਸ ਇਫ ਲੈਡਰ ਤੇ ਨੈਸਟਡ ਇਫ। ਤੇ ਸਵਿਚ ਨੂੰ ਸਵਿਚ ਕੇਸ ਸਟੇਟਮੈਂਟ ਵੀ ਬੋਲਿਆ ਜਾਂਦਾ ਹੈ। ਜਿਹੜੀ ਸਵਿਚ ਸਟੇਟਮੈਂਟ ਹੈ ਇੱਕ ਮਲਟੀ ਵੇ ਡਿਸੀਜਨ ਮੇਕਿੰਗ ਸਟੇਟਮੈਂਟ ਹੈ। ਨੰਬਰ 2 ਹੈ ਲੂਪਿੰਗ ਸਟੇਟਮੈਂਟਸ, ਇਸ ਨੂੰ ਆਈਟਰੇਟਿਵ ਸਟੇਟਮੈਂਟ ਵੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਕਿਸੇ ਸਟੇਟਮੈਂਟ ਜਾਂ ਹਦਾਇਤ ਨੂੰ ਬਾਰ-ਬਾਰ ਲਾਗੂ ਕਰਨ ਲਈ ਕੀਤੀ ਜਾਂਦੀ ਹੈ। ਮਤਲਬ ਕਿਸੇ ਸਟੇਟਮੈਂਟ ਜੇਕਰ ਤੁਸੀਂ ਬਾਰ-ਬਾਰ ਰਿਪੀਟ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਲੂਪਿੰਗ ਸਟੇਟਮੈਂਟ ਦੀ ਵਰਤੋਂ ਹੁੰਦੀ ਹੈ। ਫੋਰ ਐਗਜ਼ਾਮਪਲ ਫੋਰ, ਵਾਈਲ ਅਤੇ ਡੂ ਵਾਈਲ। ਤੇ ਨੰਬਰ 3 ਹੈ ਜੰਪਿੰਗ ਸਟੇਟਮੈਂਟਸ। ਜੰਪਿੰਗ ਸਟੇਟਮੈਂਟਸ ਦੀ ਵਰਤੋਂ ਪ੍ਰੋਗਰਾਮ ਦੇ ਇੱਕ ਭਾਗ ਤੋਂ ਦੂਸਰੇ ਭਾਗ ਤੇ ਜੰਪ ਕਰਨ ਲਈ ਕੀਤੀ ਜਾਂਦੀ ਹੈ। ਉਦਾਹਰਨ ਵਜੋਂ ਬ੍ਰੇਕ, ਕੰਟੀਨਿਊ ਅਤੇ ਗੋ ਟੂ।
ਤੇ ਕੁਐਸਚਨ ਨੰਬਰ 2 ਹੈ ਸਵਿਚ ਸਟੇਟਮੈਂਟ ਕੀ ਹੈ? ਸਵਿਚ ਸਟੇਟਮੈਂਟ ਲਈ ਪ੍ਰੋਗਰਾਮ ਲਿਖੋ। ਸਵਿਚ ਸਟੇਟਮੈਂਟ ਇੱਕ ਮਲਟੀ ਵੇ ਡਿਸੀਜਨ ਮੇਕਿੰਗ ਸਟੇਟਮੈਂਟ ਹੈ। ਇਸ ਸਟੇਟਮੈਂਟ ਵਿੱਚ ਵੱਖ-ਵੱਖ ਆਪਸ਼ਨ ਦੇਣ ਲਈ ਕੇਸ ਲੇਬਲਸ ਦੀ ਵਰਤੋਂ ਹੁੰਦੀ ਹੈ। ਹਰ ਇੱਕ ਕੇਸ ਦੂਜੇ ਕੇਸ ਨਾਲੋਂ ਵੱਖ ਹੁੰਦਾ ਹੈ। ਇਸ ਸਟੇਟਮੈਂਟ ਵਿੱਚ ਅਸੀਂ ਅਨੇਕਾਂ ਸਟੇਟਮੈਂਟ ਵਿੱਚੋਂ ਕਿਸੇ ਇੱਕ ਸਟੇਟਮੈਂਟ ਨੂੰ ਚੁਣ ਸਕਦੇ ਹਾਂ। ਸਵਿਚ ਸਟੇਟਮੈਂਟ ਵਿੱਚ ਹਰ ਇੱਕ ਕੇਸ ਤੋਂ ਬਾਅਦ ਬ੍ਰੇਕ ਸਟੇਟਮੈਂਟ ਦੀ ਵਰਤੋਂ ਹੁੰਦੀ ਹੈ ਸਿਵਾਏ ਅੰਤਮ ਕੇਸ ਦੇ। ਤੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਸਵਿਚ ਸਟੇਟਮੈਂਟ ਹੈ ਇੱਕ ਮਲਟੀ ਵੇ ਡਿਸੀਜਨ ਮੇਕਿੰਗ ਸਟੇਟਮੈਂਟ ਹੈ ਕਿ ਜਦੋਂ ਸਾਡੇ ਕੋਲ ਦੋ ਤੋਂ ਜ਼ਿਆਦਾ ਕੰਡੀਸ਼ਨਸ ਹੋਣ ਤਾਂ ਉਸ ਕੇਸ ਦੇ ਵਿੱਚ ਅਸੀਂ ਸਵਿਚ ਸਟੇਟਮੈਂਟ ਦੀ ਵਰਤੋਂ ਕਰਦੇ ਹਾਂ ਤੇ ਇਹਦੇ ਵਿੱਚ ਕੇਸ ਕੀਵਰਡ ਦੀ ਵਰਤੋਂ ਹੁੰਦੀ ਹੈ ਤੇ ਹਰ ਕੇਸ ਦੇ ਅੰਦਰ ਅਲੱਗ-ਅਲੱਗ ਸਟੇਟਮੈਂਟਸ ਹੋਣਗੀਆਂ ਤੇ ਇੱਕ ਟਾਈਮ ਤੇ ਇੱਕ ਹੀ ਕੇਸ ਚੱਲੇਗਾ। ਉਹ ਕਿਉਂ? ਕਿਉਂਕਿ ਅਸੀਂ ਹਰ ਕੇਸ ਤੋਂ ਬਾਅਦ ਬ੍ਰੇਕ ਸਟੇਟਮੈਂਟ ਦੀ ਵਰਤੋਂ ਕਰ ਰਹੇ ਹਾਂ। ਇਸ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ। ਮਤਲਬ ਕੀ ਇਹਦਾ ਸਿੰਟੈਕਸ, ਇਹਦਾ ਸਿੰਟੈਕਸ ਕੀ ਹੈ? ਸਵਿਚ ਵੇਰੀਏਬਲ ਕਰਲੀ ਬ੍ਰੇਸਿਸ ਸ਼ੁਰੂ, ਕੇਸ ਵੈਲਿਊ 1 ਬਲੋਕ 1 ਬ੍ਰੇਕ, ਕੇਸ ਵੈਲਿਊ 2 ਬਲੋਕ 2 ਬ੍ਰੇਕ ਅਪ ਟੂ ਸੋ ਔਨ ਤੇ ਲਾਸਟ ਵਿੱਚ ਡਿਫਾਲਟ ਤੇ ਬਲੋਕ n। ਜੇਕਰ ਵੈਰੀਏਬਲ ਦੀ ਕੀਮਤ ਪਹਿਲੇ ਕੇਸ ਨਾਲ ਮੇਲ ਕਰਦੀ ਹੈ ਤਾਂ ਬਲੋਕ 1 ਲਾਗੂ ਹੋਵੇਗਾ। ਮਤਲਬ ਕਿ ਜੇਕਰ ਵੈਰੀਏਬਲ ਦੀ ਕੀਮਤ ਕੇਸ ਵੈਲਿਊ 1 ਨਾਲ ਮੈਚ ਕਰਦੀ ਹੈ ਤਾਂ ਬਲੋਕ 1 ਚੱਲੇਗਾ ਤੇ ਨਾਲ ਹੀ ਉਹ ਚੋਂ ਬਾਹਰ ਆ ਜਾਏਗਾ ਕਿਉਂਕਿ ਬ੍ਰੇਕ ਲਗਾਈ ਹੈ। ਇਸੇ ਤਰ੍ਹਾਂ ਜੇਕਰ ਵੈਰੀਏਬਲ ਦੀ ਕੀਮਤ ਦੂਸਰੇ ਕੇਸ ਨਾਲ ਮੈਚ ਕਰਦੀ ਹੈ ਤਾਂ ਬਲੋਕ 2 ਚਲੇਗਾ। ਇਸੇ ਤਰ੍ਹਾਂ 3 4 5 ਜੇਕਰ ਵੈਰੀਏਬਲ ਦੀ ਕੀਮਤ ਕਿਸੇ ਵੀ ਕੇਸ ਵੈਲਿਊ ਨਾਲ ਮੈਚ ਨਹੀਂ ਕਰਦੀ ਤੇ ਸਿੱਧਾ ਕਿੱਥੇ ਆ ਜਾਏਗਾ? ਡਿਫਾਲਟ ਕੇਸ ਵਿੱਚ। ਤੇ ਡਿਫਾਲਟ ਵਿੱਚ ਕੀ ਹੈ? ਬਲੋਕ n। ਤੇ ਬਲੋਕ n ਲਾਗੂ ਹੋਵੇਗਾ। ਤੁਹਾਨੂੰ ਦੱਸਣਾ ਚਾਹਾਂਗਾ ਕਿ ਮੰਨ ਲਓ ਕਿ ਹਫਤੇ 'ਚ 7 ਦਿਨ ਹੁੰਦੇ ਹੈ, ਅਸੀਂ 1 ਤੋਂ ਲੈ ਕੇ 7 ਕੇਸ ਲੈ ਲਏ ਤੇ ਸੰਡੇ ਤੋਂ ਲੈ ਕੇ ਮੰਨ ਲਓ ਸੈਟਰਡੇ ਤੱਕ 7 ਕੇਸ ਹੋ ਗਏ। ਜੇ ਆਪਾਂ 8 ਵੈਲਿਊ ਕਰਦੇ ਹਾਂ ਤਾਂ ਕਿਹੜਾ ਚੱਲੇਗਾ? ਡਿਫਾਲਟ। ਮਤਲਬ ਸਹੀ ਕੀਮਤ ਵਾਲੀ ਕੇਸ ਵੈਲਿਊ ਚੱਲਣਗੀਆਂ ਤੇ ਜੇਕਰ ਸਾਡੀ ਕੰਡੀਸ਼ਨ ਗਲਤ ਹੋ ਜਾਂਦੀ ਹੈ ਤਾਂ ਡਿਫਾਲਟ ਕੇਸ ਚੱਲੇਗਾ ਤੇ ਡਿਫਾਲਟ 'ਚ ਕੀ ਹੈ? ਬਲੋਕ n। ਹੁਣ ਇਹਨੂੰ ਇਸ ਪ੍ਰੋਗਰਾਮ ਨਾਲ ਸਮਝਦੇ ਹਾਂ। ਲਿਖਿਆ ਕਮੈਂਟ ਲਾਈਨ 'ਚ ਪ੍ਰੋਗਰਾਮ ਟੂ ਪ੍ਰਿੰਟ ਡੇਜ਼ ਆਫ ਅ ਵੀਕ ਯੂਜ਼ਿੰਗ ਸਵਿਚ ਸਟੇਟਮੈਂਟ। ਕਿ ਸਵਿਚ ਸਟੇਟਮੈਂਟ ਦੀ ਮਦਦ ਨਾਲ ਅਸੀਂ ਡੇਜ਼ ਆਫ ਵੀਕ ਫਾਈਂਡ ਆਊਟ ਕਰਨੇ। ਇਹਨੂੰ ਕਮੈਂਟ ਲਾਈਨ ਬੋਲਦੇ ਹਾਂ। stdio.h ਤੇ conio.h ਸਾਡੀ ਹੈਡਰ ਫਾਈਲਸ ਨੇ। void main ਕਰਲੀ ਬ੍ਰੇਸਿਸ ਸ਼ੁਰੂ, int day ਇੱਕ ਵੈਰੀਏਬਲ ਲਿਆ, ਕਲੇ ਸਕਿਨ ਲਗਾਇਆ, enter day from 1 to 7, scanf %d %day ਅਸੀਂ day ਵੈਰੀਏਬਲ ਨੂੰ ਰੀਡ ਕੀਤਾ। ਹੁਣ day ਦੀ ਜਿਹੜੀ ਵੈਲਿਊ ਹੈ ਉਹ 1 ਤੋਂ ਲੈ ਕੇ 7 ਤੱਕ ਹੋ ਸਕਦੀ ਹੈ। ਜੇਕਰ day ਦੀ ਵੈਲਿਊ 1 ਹੈ ਤਾਂ ਕੇਸ 1 ਲਾਗੂ ਹੋਵੇਗਾ, ਜੇਕਰ 2 ਹੈ ਤੇ ਕੇਸ 2 ਲਾਗੂ ਹੋਵੇਗਾ। ਇਸੇ ਤਰ੍ਹਾਂ 3 4 5 6 7 ਜੇ 7 ਹੈ 7 ਨੰਬਰ ਕੇਸ ਲਾਗੂ ਹੋਵੇਗਾ। ਮੰਨ ਲਓ ਮੈਂ 1 ਪ੍ਰੈਸ ਕਰਦਾ ਤੇ 1 ਮਤਲਬ ਕਿ ਕੇਸ 1 ਚਲਿਆ ਤੇ ਕੀ ਆ ਜਾਏਗਾ? ਇਟ ਇਜ਼ ਸੰਡੇ ਤੇ ਬ੍ਰੇਕ ਨਾਲ ਹੀ ਬਾਹਰ ਆ ਜਾਏਗਾ। ਮੰਨ ਲਓ ਮੈਂ 5 ਪ੍ਰੈਸ ਕਰਦਾ ਤੇ ਕੀ ਆਏਗਾ? ਇਟ ਇਜ਼ ਥਰਸਡੇ। ਮਤਲਬ ਡੇ ਦੀ ਵੈਲਿਊ ਤੇ ਸਾਰਾ ਪ੍ਰੋਗਰਾਮ ਡਿਪੈਂਡ ਕਰਦਾ ਪਿਆ ਤੇ ਡੇ ਜਿਹੜਾ ਸਵਿਚ ਦੇ ਅੰਦਰ ਯੂਜ਼ ਹੋ ਰਿਹਾ। ਜੇਕਰ ਵੈਲਿਊ 1 ਤੋਂ ਛੋਟੀ ਹੈ ਤੇ 7 ਤੋਂ ਵੱਡੀ ਹੈ ਤਾਂ ਕਿਹੜਾ ਚੱਲੇਗਾ? ਡਿਫਾਲਟ। ਤੇ ਡਿਫਾਲਟ 'ਚ ਲਿਖਿਆ ਰੋਂਗ ਚੋਇਸ। ਇਸ ਪ੍ਰੋਗਰਾਮ ਨੂੰ ਅਸੀਂ Alt F9 ਨਾਲ ਕੰਪਾਈਲ ਕਰਦੇ ਹਾਂ ਤੇ Control F9 ਨਾਲ ਰਨ ਕਰਦੇ ਹਾਂ। ਮੈਂ ਲਿਖਿਆ enter day from 1 to 7, printf ਵੈਲਿਊ ਲਈ 3 ਤੇ day ਦੀ ਵੈਲਿਊ 3 ਹੋ ਗਈ ਤੇ 3 ਵਿੱਚ ਕੀ ਲਿਖਿਆ? ਇਟ ਇਜ਼ ਟਿਊਜ਼ਡੇ। ਦੁਬਾਰਾ ਪ੍ਰੋਗਰਾਮ ਨੂੰ ਰਨ ਕਰਕੇ ਦੇਖਦੇ ਹਾਂ। ਮੈਂ ਲਿਖਿਆ enter day from 1 to 7 ਤੇ ਹੁਣ day ਦੀ ਵੈਲਿਊ ਲਈ 9 ਜਦਕਿ ਕੇਸ ਵੈਲਿਊ ਹੈਗੀ 7 ਤੱਕ ਤੇ ਹੁਣ ਕਿਹੜਾ ਚੱਲੇਗਾ? ਡਿਫਾਲਟ ਕੇਸ। ਤੇ ਡਿਫਾਲਟ ਕੇਸ ਵਿੱਚ ਕੀ ਲਿਖਿਆ ਹੋਇਆ? ਰੋਂਗ ਚੋਇਸ। ਤੇ ਤੀਸਰਾ ਹੈ ਕੁਐਸਚਨ, ਲੂਪਸ ਕੀ ਹਨ? ਲੂਪ ਦੀਆਂ ਦੋ ਵੱਖ-ਵੱਖ ਸ਼੍ਰੇਣੀਆਂ ਕਿਹੜੀਆਂ ਹਨ? ਲੂਪ ਇੱਕ ਕੰਟਰੋਲ ਸਟੇਟਮੈਂਟ ਹੈ। ਇਸ ਦੀ ਵਰਤੋਂ ਕਿਸੇ ਸਟੇਟਮੈਂਟ ਨੂੰ ਬਾਰ-ਬਾਰ ਦੁਹਰਾਉਣ ਲਈ ਜਾਂ ਲਾਗੂ ਕਰਨ ਲਈ ਕੀਤੀ ਜਾਂਦੀ ਹੈ। ਲੂਪ ਦੀਆਂ ਦੋ ਸ਼੍ਰੇਣੀਆਂ ਹੇਠ ਲਿਖੇ ਅਨੁਸਾਰ ਹਨ। ਨੰਬਰ 1 ਪ੍ਰੀ ਟੈਸਟ ਲੂਪ, ਇਸ ਨੂੰ ਐਂਟਰੀ ਕੰਟਰੋਲ ਲੂਪ ਵੀ ਕਿਹਾ ਜਾਂਦਾ ਹੈ। ਐਂਟਰੀ ਕੰਟਰੋਲ ਲੂਪ ਦਾ ਮਤਲਬ ਹੁੰਦਾ ਹੈ ਕਿ ਜੇਕਰ ਕੰਡੀਸ਼ਨ ਸਹੀ ਹੈ ਤਾਂ ਪ੍ਰੋਗਰਾਮ ਲਾਗੂ ਹੋਵੇਗਾ, ਗਲਤ ਹੈ ਤਾਂ ਲਾਗੂ ਨਹੀਂ ਹੋਵੇਗਾ। ਇਸ ਲੂਪ ਵਿੱਚ ਪਹਿਲਾਂ ਕੰਡੀਸ਼ਨ ਦੀ ਜਾਂਚ ਹੁੰਦੀ ਹੈ, ਉਸ ਤੋਂ ਬਾਅਦ ਲੂਪ ਦੀ ਬੋਡੀ ਚੱਲਦੀ ਹੈ। ਮਤਲਬ ਸਭ ਤੋਂ ਪਹਿਲਾਂ ਕੰਡੀਸ਼ਨ ਚੈੱਕ ਹੁੰਦੀ ਹੈ, ਜੇਕਰ ਕੰਡੀਸ਼ਨ ਸਹੀ ਹੋਵੇਗੀ ਤਾਂ ਲੂਪ ਬੋਡੀ ਜਿਹੜੀ ਬੋਡੀ ਹੈ ਲੂਪ ਦੀ ਉਹ ਰਨ ਹੋਵੇਗੀ। ਉਦਾਹਰਨ ਵਜੋਂ ਫੋਰ ਅਤੇ ਵਾਈਲ ਲੂਪ। ਨੰਬਰ 2 ਹੈ ਪੋਸਟ ਟੈਸਟ ਲੂਪ, ਇਸ ਨੂੰ ਐਗਜ਼ਿਟ ਕੰਟਰੋਲ ਲੂਪ ਵੀ ਕਿਹਾ ਜਾਂਦਾ ਹੈ। ਇਸ ਲੂਪ ਵਿੱਚ ਪਹਿਲਾਂ ਲੂਪ ਦੀ ਬੋਡੀ ਚੱਲਦੀ ਹੈ, ਉਸ ਤੋਂ ਬਾਅਦ ਕੰਡੀਸ਼ਨ ਦੀ ਜਾਂਚ ਹੁੰਦੀ ਹੈ। ਜਿਹੜੀ ਐਗਜ਼ਿਟ ਕੰਟਰੋਲ ਲੂਪ ਹੈ, ਐਗਜ਼ਿਟ ਕੰਟਰੋਲ ਲੂਪ ਦਾ ਮਤਲਬ ਹੁੰਦਾ ਕਿ ਜੇਕਰ ਕੰਡੀਸ਼ਨ ਸਹੀ ਹੈ ਤੇ ਪ੍ਰੋਗਰਾਮ ਤੇ ਚੱਲੇਗਾ, ਬਟ ਫਾਲਸ ਦੇ ਕੇਸ ਜੇ ਗਲਤ ਹੋ ਜਾਂਦੀ ਹੈ, ਫਾਲਸ ਹੋ ਜਾਂਦੀ ਹੈ ਤੇ ਉਹਦੇ 'ਚ ਸਿਰਫ ਇੱਕ ਵਾਰੀ ਚੱਲੇਗਾ। ਉਹ ਕਿਉਂ? ਕਿਉਂਕਿ ਇਹਦੇ ਵਿੱਚ ਜਿਹੜੀ ਕੰਡੀਸ਼ਨ ਹੈਗੀ ਹੈ ਉਹ ਸਭ ਤੋਂ ਲਾਸਟ ਵਿੱਚ ਚੈੱਕ ਹੋ ਰਹੀ ਹੈ ਤੇ ਬੋਡੀ ਆਫ ਲੂਪ ਪਹਿਲਾਂ ਰਨ ਹੋ ਰਹੀ ਹੈ। ਤੇ ਇਹਦੀ ਉਦਾਹਰਨ ਹੈ ਡੂ ਵਾਈਲ ਲੂਪ। ਚੌਥਾ ਪ੍ਰਸ਼ਨ ਹੈ ਜੰਪਿੰਗ ਸਟੇਟਮੈਂਟਸ ਕੀ ਹੁੰਦੀਆਂ ਹਨ? ਇਹਨਾਂ ਦੀਆਂ ਕਿਸਮਾਂ ਦਾ ਵਰਣਨ ਕਰੋ।
ਜੰਪਿੰਗ ਸਟੇਟਮੈਂਟਸ ਦੀ ਵਰਤੋਂ ਪ੍ਰੋਗਰਾਮ ਦੇ ਇੱਕ ਭਾਗ ਤੋਂ ਦੂਸਰੇ ਭਾਗ ਤੇ ਜੰਪ ਕਰਨ ਲਈ ਕੀਤੀ ਜਾਂਦੀ ਹੈ। ਤੇ ਜਿਹੜੀਆਂ ਜੰਪਿੰਗ ਸਟੇਟਮੈਂਟਸ ਨੇ ਇਹ ਵੀ ਕੰਟਰੋਲ ਸਟੇਟਮੈਂਟਸ ਦਾ ਭਾਗ ਹੁੰਦੀਆਂ ਹਨ। ਤੇ ਜੰਪਿੰਗ ਸਟੇਟਮੈਂਟ ਤਿੰਨ ਕਿਸਮ ਦੀਆਂ ਹੁੰਦੀਆਂ ਹਨ। ਨੰਬਰ 1 ਬ੍ਰੇਕ, ਨੰਬਰ 2 ਕੰਟੀਨਿਊ ਤੇ ਨੰਬਰ 3 ਗੋ ਟੂ। तो सब तो पहला गल करते हैं ब्रेक स्टेटमेंट की। इस स्टेटमेंट ਲਈ ब्रेक कीवर्ड ਦੀ ਵਰਤੋਂ ਹੁੰਦੀ ਹੈ। ब्रेक स्टेटमेंट ਦੀ ਵਰਤੋਂ ਸਵਿਚ ਅਤੇ ਲੂਪਿੰਗ ਸਟੇਟਮੈਂਟ ਵਿੱਚ ਕੀਤੀ ਜਾਂਦੀ ਹੈ। ब्रेक स्टेटमेंट ਦੀ ਵਰਤੋਂ ਨਾਲ ਸਵਿਚ ਜਾਂ ਲੂਪ ਤੋਂ ਤੁਰੰਤ ਬਾਹਰ ਨਿਕਲਿਆ ਜਾ ਸਕਦਾ ਹੈ। ਪਿੱਛੇ ਅਸੀਂ ਸਵਿਚ ਸਟੇਟਮੈਂਟ ਪੜ੍ਹੀ ਹੈ, ਉਹਦਾ ਪ੍ਰੋਗਰਾਮ ਵੀ ਕੀਤਾ ਹੈ। ਤੁਸੀਂ ਦੇਖਿਆ ਕਿ ਸਵਿਚ ਸਟੇਟਮੈਂਟ 'ਚ ਜਦੋਂ ਆਪਾਂ ਕੇਸ ਵੈਲਿਊਜ਼ ਲੈਂਦੇ ਹਾਂ, ਹਰ ਕੇਸ ਤੋਂ ਬਾਅਦ ਬ੍ਰੇਕ ਸਟੇਟਮੈਂਟ ਲਗਾਉਂਦੇ ਹਾਂ। ਉਹ ਤੁਹਾਨੂੰ ਦੱਸਿਆ ਸੀ ਕਿ ਬ੍ਰੇਕ ਸਟੇਟਮੈਂਟ ਕਿਉਂ ਲਗਾਉਂਦੇ ਹਾਂ, ਤਾਂ ਕਿ ਹਰ ਕੇਸ ਜਿਹੜਾ ਰਿਪੀਟ ਹੋ ਜੇ ਕਿ ਜਦੋਂ ਕੋਈ ਕੇਸ ਐਗਜ਼ੀਕਿਊਟ ਹੋਵੇਗਾ ਤਾਂ ਉਹ ਨਾਲ ਹੀ ਉਹਦੇ 'ਚੋਂ ਬਾਹਰ ਆ ਜਾਵੇਗਾ। ਤੇ ਲੂਪਿੰਗ ਦੇ ਵਿੱਚ ਜਦੋਂ ਅਸੀਂ ਬ੍ਰੇਕ ਸਟੇਟਮੈਂਟ ਵਰਤਦੇ ਹਾਂ ਤਾਂ ਜਿਸ ਸਟੇਟਮੈਂਟ ਤੇ ਅਸੀਂ ਬ੍ਰੇਕ ਸਟੇਟਮੈਂਟ ਦੀ ਕੰਡੀਸ਼ਨ ਅਪਲਾਈ ਕਰਾਂਗੇ ਉਸ ਤੋਂ ਪਹਿਲੇ ਪ੍ਰੋਗਰਾਮ ਲਾਗੂ ਹੋਵੇਗਾ, ਉਸ ਤੋਂ ਅੱਗੇ ਲਾਗੂ ਨਹੀਂ ਹੋਵੇਗਾ। ਬਾਕੀ ਨੈਕਸਟ ਸੈਸ਼ਨ 'ਚ ਤੁਹਾਨੂੰ ਬ੍ਰੇਕ ਸਟੇਟਮੈਂਟ ਨਾਲ ਵੀ ਲੂਪਿੰਗ ਦਾ ਪ੍ਰੋਗਰਾਮ ਕਰਾਵਾਂਗੇ, ਜਿਹਦੇ ਨਾਲ ਤੁਹਾਨੂੰ ਪ੍ਰੈਕਟੀਕਲੀ ਕਲੀਅਰ ਹੋ ਜਾਏਗਾ ਕਿ ਲੂਪਿੰਗ ਦੇ ਅੰਦਰ ਬ੍ਰੇਕ ਸਟੇਟਮੈਂਟ ਕਿਵੇਂ ਯੂਜ਼ ਕਰ ਸਕਦੇ ਹਾਂ। ਨੰਬਰ 2 ਕੰਟੀਨਿਊ। ਇਸ ਸਟੇਟਮੈਂਟ ਲਈ ਕੰਟੀਨਿਊ ਕੀਵਰਡ ਦੀ ਵਰਤੋਂ ਹੁੰਦੀ ਹੈ। ਇਸ ਸਟੇਟਮੈਂਟ ਦੀ ਵਰਤੋਂ ਲੂਪਿੰਗ ਸਟੇਟਮੈਂਟ ਨਾਲ ਕੀਤੀ ਜਾਂਦੀ ਹੈ। ਮਤਲਬ ਜਿਹੜੀ ਕੰਟੀਨਿਊ ਸਟੇਟਮੈਂਟ ਹੈ ਇਹ ਬ੍ਰੇਕ ਸਟੇਟਮੈਂਟ ਦਾ ਰਿਵਰਸ ਹੈਗੀ ਹੈ। ਤੇ ਜਿਹੜੀ ਬ੍ਰੇਕ ਸਟੇਟਮੈਂਟ ਹੈ ਉਹ ਸਵਿਚ ਅਤੇ ਲੂਪਿੰਗ ਦੋਨਾਂ 'ਚ ਵਰਤੀ ਜਾਂਦੀ ਹੈ, ਬਟ ਕੰਟੀਨਿਊ ਸਟੇਟਮੈਂਟ ਸਿਰਫ ਲੂਪਿੰਗ ਸਟੇਟਮੈਂਟ ਵਿੱਚ ਵਰਤੀ ਜਾਂਦੀ ਹੈ। ਕੰਟੀਨਿਊ ਸਟੇਟਮੈਂਟ ਦੀ ਵਰਤੋਂ ਲੂਪ ਦੇ ਅਗਲੇ ਦੁਹਰਾਉ ਨੂੰ ਜਾਰੀ ਕਰਨ ਲਈ ਕੀਤੀ ਜਾਂਦੀ ਹੈ ਜਾਂ ਵਰਤੀ ਜਾਂਦੀ ਹੈ। ਇਸ ਸਟੇਟਮੈਂਟ ਦੀ ਵਰਤੋਂ ਲੂਪ ਵਿੱਚ ਕੁਝ ਸਟੇਟਮੈਂਟਸ ਨੂੰ ਸਕਿਪ ਕਰਨ ਲਈ ਕੀਤੀ ਜਾਂਦੀ ਹੈ। ਜਿਹੜੀ ਬ੍ਰੇਕ ਸਟੇਟਮੈਂਟ ਹੈ ਉਹ ਕੀ ਕਰਦੀ ਹੈ ਕਿ ਲੂਪ ਚੋਂ ਬਾਹਰ ਆ ਜਾਂਦੀ ਹੈ, ਬਟ ਜੇਕਰ ਅਸੀਂ ਕਿਸੇ ਸਟੇਟਮੈਂਟ ਨੂੰ ਸਕਿਪ ਕਰਨਾ ਹੋਵੇ ਜਾਂ ਇੱਕ ਤੋਂ ਵੱਧ ਸਟੇਟਮੈਂਟ ਨੂੰ ਛੱਡਣਾ ਹੋਵੇ ਲੂਪ ਦੇ ਅੰਦਰ, ਤੇ ਉਸ ਕੇਸ 'ਚ ਅਸੀਂ ਕੰਟੀਨਿਊ ਸਟੇਟਮੈਂਟ ਦੀ ਵਰਤੋਂ ਕਰਾਂਗੇ। ਇਸ ਦਾ ਪ੍ਰੋਗਰਾਮ ਵੀ ਅਸੀਂ ਨੈਕਸਟ ਸੈਸ਼ਨ 'ਚ ਪੜਾਂਗੇ। ਨੰਬਰ 3 ਗੋ ਟੂ। ਇਸ ਸਟੇਟਮੈਂਟ ਲਈ ਗੋ ਟੂ ਕੀਵਰਡ ਦੀ ਵਰਤੋਂ ਹੁੰਦੀ ਹੈ। ਇਸ ਸਟੇਟਮੈਂਟ ਦੀ ਵਰਤੋਂ ਪ੍ਰੋਗਰਾਮ ਦੇ ਇੱਕ ਭਾਗ ਤੋਂ ਦੂਸਰੇ ਭਾਗ ਤੇ ਜੰਪ ਕਰਨ ਲਈ ਕੀਤੀ ਜਾਂਦੀ ਹੈ। ਇਹ ਦੋ ਕਿਸਮ ਦੀ ਹੁੰਦੀ ਹੈ, ਫਾਰਵਰਡ ਗੋ ਟੂ ਅਤੇ ਬੈਕਵਰਡ ਗੋ ਟੂ। ਬ੍ਰੇਕ ਅਤੇ ਕੰਟੀਨਿਊ ਸਟੇਟਮੈਂਟ ਨੂੰ ਜਦੋਂ ਅਸੀਂ ਕਿਸੇ ਲੂਪ ਵਿੱਚ ਵਰਤਦੇ ਹਾਂ, ਪ੍ਰੋਗਰਾਮ 'ਚ ਵਰਤਦੇ ਹਾਂ, ਸਾਨੂੰ ਕੋਈ ਕੰਡੀਸ਼ਨ ਲਗਾਉਣੀ ਪੈਂਦੀ ਹੈ ਬਾਹਰ ਆਉਣ ਲਈ, ਬਟ ਗੋ ਟੂ ਸਟੇਟਮੈਂਟ ਨੂੰ ਅਸੀਂ ਬਿਨਾਂ ਕੰਡੀਸ਼ਨ ਦੇ ਵੀ ਵਰਤ ਸਕਦੇ ਹਾਂ। ਫਾਰਵਰਡ ਗੋ ਟੂ ਦਾ ਮਤਲਬ ਹੁੰਦਾ ਪ੍ਰੋਗਰਾਮ ਦੀਆਂ ਕੁਝ ਅਗਲੀਆਂ ਸਟੇਟਮੈਂਟਸ ਤੇ ਜਾਣਾ, ਤੇ ਬੈਕਵਰਡ ਗੋ ਟੂ ਦਾ ਮਤਲਬ ਹੁੰਦਾ ਕੁਝ ਪਿਛਲੀਆਂ ਸਟੇਟਮੈਂਟਸ ਤੇ ਜਾਣਾ। ਇਹਦੇ ਵਿੱਚ ਇਹ ਹੈ ਕਿ ਜਦੋਂ ਆਪਾਂ ਜੰਪ ਕਰਾਂਗੇ ਤਾਂ ਕੁਝ ਸਟੇਟਮੈਂਟ ਜਿਹੜੀਆਂ ਉਹ ਸਕਿਪ ਹੋ ਜਾਣਗੀਆਂ, ਜਿਹੜੀਆਂ ਗੋ ਟੂ ਸਟੇਟਮੈਂਟ ਦੇ ਵਿੱਚ ਆਉਣਗੀਆਂ। ਤੇ ਇਸ ਦਾ ਪ੍ਰੋਗਰਾਮ ਵੀ ਅਸੀਂ ਅੱਗੇ ਪੜਾਂਗੇ। ਤੇ ਪੰਜਵਾਂ ਕੁਐਸਚਨ ਹੈ ਡੂ ਵਾਈਲ ਲੂਪ ਕੀ ਹੈ? ਇਹ ਵਾਈਲ ਲੂਪ ਨਾਲੋਂ ਕਿਵੇਂ ਭਿੰਨ ਹੈ? ਡੂ ਵਾਈਲ ਲੂਪ ਇੱਕ ਪੋਸਟ ਟੈਸਟ ਲੂਪ ਹੈ। ਇਸ ਨੂੰ ਪੋਸਟ ਟੈਸਟ ਲੂਪ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਲੂਪ ਦੀ ਬੋਡੀ ਪਹਿਲਾਂ ਲਾਗੂ ਹੁੰਦੀ ਹੈ ਅਤੇ ਕੰਡੀਸ਼ਨ ਅੰਤ ਵਿੱਚ ਚੈੱਕ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਜਿਹੜੀ ਬੋਡੀ ਲੂਪ ਪਹਿਲੇ ਚੱਲਦੀ ਹੈ ਤੇ ਕੰਡੀਸ਼ਨ ਸਭ ਤੋਂ ਲਾਸਟ ਵਿੱਚ ਹੁੰਦੀ ਹੈ। ਹੁਣ ਅਸੀਂ ਇਹਦਾ ਸਿੰਟੈਕਸ ਦੇਖਦੇ ਹਾਂ। ਸਿੰਟੈਕਸ ਸਭ ਤੋਂ ਪਹਿਲੇ ਇਨੀਸ਼ੀਅਲਾਈਜੇਸ਼ਨ ਹੈ, ਮਤਲਬ ਸ਼ੁਰੂ ਵਾਲੀ ਵੈਲਿਊ, ਫਿਰ ਡੂ ਕੀਵਰਡ ਲਗਾਵਾਂਗੇ, ਕਰਲੀ ਬ੍ਰੇਸਿਸ, ਬੋਡੀ ਆਫ ਲੂਪ, ਅਪਡੇਸ਼ਨ ਤੇ ਲਾਸਟ ਵਿੱਚ ਵਾਈਲ ਕੰਡੀਸ਼ਨ ਤੇ ਸੈਮੀਕੋਲਨ। ਤੁਹਾਨੂੰ ਦੱਸ ਚੁੱਕੇ ਹਾਂ ਕਿ ਪੋਸਟ ਟੈਸਟ ਲੂਪ ਹੈ ਤੇ ਪੋਸਟ ਟੈਸਟ ਲੂਪ ਵਿੱਚ ਕੰਡੀਸ਼ਨ ਸਭ ਤੋਂ ਲਾਸਟ ਵਿੱਚ ਚੈੱਕ ਹੁੰਦੀ ਹੈ। ਤੇ ਇਨੀਸ਼ੀਅਲਾਈਜੇਸ਼ਨ ਦਾ ਮਤਲਬ ਕੀ ਹੁੰਦਾ ਹੈ? ਕੰਟਰੋਲ ਵੇਰੀਏਬਲ ਨੂੰ ਸ਼ੁਰੂ ਵਾਲੀ ਕੀਮਤ ਦੇਣਾ। ਇਸ ਦਾ ਅਰਥ ਹੈ ਲੂਪ ਸ਼ੁਰੂ ਕਿੱਥੋਂ ਹੋਵੇਗੀ। ਨੰਬਰ 2 ਹੈ ਕੰਡੀਸ਼ਨ। ਇਸ ਦੀ ਵਰਤੋਂ ਲੂਪ ਦੀ ਕੰਡੀਸ਼ਨ ਨੂੰ ਚੈੱਕ ਕਰਨ ਲਈ ਕੀਤੀ ਜਾਂਦੀ ਹੈ। ਇਸ ਨੂੰ ਫਾਈਨਲ ਵੈਲਿਊ ਵੀ ਕਿਹਾ ਜਾਂਦਾ ਹੈ। ਤੇ ਨੰਬਰ 3 ਹੈ ਅਪਡੇਸ਼ਨ। ਇਸ ਦਾ ਅਰਥ ਹੈ ਕਿ ਕੰਟਰੋਲ ਵੇਰੀਏਬਲ ਦੀ ਕੀਮਤ ਨੂੰ ਵਧਾਉਣਾ ਜਾਂ ਘਟਾਉਣਾ। ਲੂਪ ਦੇ ਵਿੱਚ ਵੈਲਿਊ ਇੰਕਰੀਮੈਂਟ ਕਰਨੀ ਹੈ, ਡਿਕਰੀਮੈਂਟ ਕਰਨੀ ਹੈ, ਉਹ ਅਸੀਂ ਇਹਦੀ ਮਦਦ ਨਾਲ ਕਰਾਂਗੇ ਤੇ ਇਹਦਾ ਪ੍ਰੋਗਰਾਮ ਵੀ ਅਸੀਂ ਨੈਕਸਟ ਸੈਸ਼ਨ 'ਚ ਪੜਾਂਗੇ। ਇਸ ਦੇ ਨਾਲ ਹੀ ਪ੍ਰਸ਼ਨ ਹੈ ਵਾਈਲ ਲੂਪ ਅਤੇ ਡੂ ਵਾਈਲ ਲੂਪ ਵਿੱਚ ਕੀ ਅੰਤਰ ਹੈ? ਵਾਈਲ ਲੂਪ ਨੂੰ ਪ੍ਰੀ ਟੈਸਟ ਲੂਪ ਵੀ ਕਿਹਾ ਜਾਂਦਾ ਹੈ ਤੇ ਡੂ ਵਾਈਲ ਨੂੰ ਇਸ ਨੂੰ ਪੋਸਟ ਟੈਸਟ ਲੂਪ ਵੀ ਕਿਹਾ ਜਾਂਦਾ ਹੈ। ਪ੍ਰੀ ਟੈਸਟ ਲੂਪ ਦਾ ਮਤਲਬ ਹੁੰਦਾ ਹੈ ਕਿ ਕੰਡੀਸ਼ਨ ਪਹਿਲੇ ਚੈੱਕ ਹੋਵੇਗੀ ਤੇ ਬੋਡੀ ਆਫ ਲੂਪ ਉਸ ਤੋਂ ਬਾਅਦ ਲਾਗੂ ਹੋਵੇਗੀ, ਤੇ ਪੋਸਟ ਟੈਸਟ ਲੂਪ ਦਾ ਮਤਲਬ ਹੁੰਦਾ ਹੈ ਕਿ ਬੋਡੀ ਆਫ ਲੂਪ ਪਹਿਲੇ ਲਾਗੂ ਹੋਵੇਗੀ ਤੇ ਕੰਡੀਸ਼ਨ ਸਭ ਤੋਂ ਲਾਸਟ ਵਿੱਚ ਚੈੱਕ ਹੋਵੇਗੀ। ਸੈਕੰਡ ਪੁਆਇੰਟ, ਇਹ ਲੂਪ ਕੰਡੀਸ਼ਨ ਨੂੰ ਲੂਪ ਦੇ ਸ਼ੁਰੂ ਵਿੱਚ ਟੈਸਟ ਕਰਦੀ ਹੈ, ਮਤਲਬ ਕਿ ਵਾਈਲ ਲੂਪ ਜਿਹੜੀ ਹੈ ਇਹ ਕੰਡੀਸ਼ਨ ਨੂੰ ਸ਼ੁਰੂ ਵਿੱਚ ਚੈੱਕ ਕਰਦੀ ਹੈ। ਤੇ ਇੱਧਰ ਰਾਈਟ ਸਾਈਡ ਤੇ ਇਹ ਲੂਪ ਕੰਡੀਸ਼ਨ ਨੂੰ ਲੂਪ ਦੇ ਅੰਤ ਵਿੱਚ ਟੈਸਟ ਕਰਦੀ ਹੈ, ਮਤਲਬ ਕਿ ਵਾਈਲ ਲੂਪ ਦੇ ਅੰਦਰ ਜਿਹੜੀ ਕੰਡੀਸ਼ਨ ਹੈ ਉਹ ਸ਼ੁਰੂ ਵਿੱਚ ਚੈੱਕ ਹੋ ਜਾਂਦੀ ਹੈ ਤੇ ਡੂ ਵਾਈਲ ਲੂਪ ਦੇ ਵਿੱਚ ਸਭ ਤੋਂ ਲਾਸਟ ਵਿੱਚ। ਨੰਬਰ 3
ਇਸ ਵਿੱਚ ਬੋਡੀ ਆਫ ਲੂਪ ਤਾਂ ਹੀ ਲਾਗੂ ਹੋਵੇਗੀ ਜੇਕਰ ਕੰਡੀਸ਼ਨ ਸਹੀ ਹੈ। ਮਤਲਬ ਕਿ ਵਾਈਲ ਲੂਪ ਤਾਂ ਹੀ ਚਲੇਗੀ ਜੇਕਰ ਕੰਡੀਸ਼ਨ ਸਹੀ ਹੈ। ਜੇਕਰ ਕੰਡੀਸ਼ਨ ਗਲਤ ਹੋ ਜਾਂਦੀ ਹੈ ਸਟਾਰਟਿੰਗ ਵਿੱਚ ਹੀ ਤਾਂ ਲੂਪ ਲਾਗੂ ਨਹੀਂ ਹੋਵੇਗੀ। ਬਟ ਡੂ ਵਾਈਲ ਲੂਪ 'ਚ ਕੀ ਹੈ, ਇਸ ਵਿੱਚ ਬੋਡੀ ਆਫ ਲੂਪ ਘੱਟ ਤੋਂ ਘੱਟ ਇੱਕ ਵਾਰ ਲਾਗੂ ਹੁੰਦੀ ਹੈ ਚਾਹੇ ਕੰਡੀਸ਼ਨ ਗਲਤ ਹੋਵੇ। ਮਤਲਬ ਕਿ ਡੂ ਵਾਈਲ ਲੂਪ ਸਹੀ ਦੇ ਕੇਸ 'ਚ ਚਲਦੀ ਹੈ ਬਟ ਫਾਲਸ ਦੇ ਕੇਸ ਵਿੱਚ ਇੱਕ ਵਾਰੀ ਚੱਲਦੀ ਹੈ। ਉਹ ਕਿਉਂ? ਉਹ ਇਸ ਲਈ ਕਿਉਂਕਿ ਇਹਦੇ ਵਿੱਚ ਕੰਡੀਸ਼ਨ ਲਾਸਟ ਵਿੱਚ ਚੈੱਕ ਹੋ ਰਹੀ ਹੈ। ਚੌਥਾ ਪੁਆਇੰਟ, ਵਾਈਲ ਲੂਪ ਦੇ ਅੰਤ ਵਿੱਚ ਸੈਮੀਕੋਲਨ ਦੀ ਵਰਤੋਂ ਨਹੀਂ ਹੁੰਦੀ, ਕਿ ਵਾਈਲ ਲੂਪ ਦੇ ਲਾਸਟ ਵਿੱਚ ਸੈਮੀਕੋਲਨ ਦੀ ਵਰਤੋਂ ਨਹੀਂ ਹੁੰਦੀ ਬਟ ਡੂ ਵਾਈਲ ਦੇ ਅੰਤ ਵਿੱਚ ਸੈਮੀਕੋਲਨ ਦੀ ਵਰਤੋਂ ਹੁੰਦੀ ਹੈ। ਤੇ ਪੰਜਵਾਂ ਪੁਆਇੰਟ ਹੈ ਸਿੰਟੈਕਸ। ਸਿੰਟੈਕਸ ਸਭ ਤੋਂ ਪਹਿਲੇ ਇਨੀਸ਼ੀਅਲਾਈਜੇਸ਼ਨ ਆਉਂਦੀ ਹੈ ਤੇ ਇਨੀਸ਼ੀਅਲਾਈਜੇਸ਼ਨ ਦਾ ਮਤਲਬ ਹੁੰਦਾ ਹੈ ਸ਼ੁਰੂ ਵਾਲੀ ਵੈਲਿਊ ਅਸਾਈਨ ਕਰਨਾ। ਫਿਰ ਵਾਈਲ ਕੰਡੀਸ਼ਨ, ਇਹ ਕੰਡੀਸ਼ਨ ਚੈੱਕ ਕਰੇਗੀ ਕਿ ਲੂਪ ਕਿੰਨੀ ਦੇਰ ਤੱਕ ਲਾਗੂ ਹੋਵੇਗੀ। ਫਿਰ ਕਰਲੀ ਬ੍ਰੇਸਿਸ ਹੈ, ਬੋਡੀ ਆਫ ਲੂਪ ਦਾ ਮਤਲਬ ਜਿਹੜੀਆਂ ਸਟੇਟਮੈਂਟਸ ਨੂੰ ਤੁਸੀਂ ਲਾਗੂ ਕਰਨਾ ਚਾਹੁੰਦੇ ਹੋ। ਤੇ ਅਪਡੇਸ਼ਨ ਦਾ ਮਤਲਬ ਕਿ ਲੂਪ ਦੇ ਅੰਦਰ ਜਿਹੜਾ ਕੰਟਰੋਲ ਵੇਰੀਏਬਲ ਹੈ ਉਹਦੀ ਵੈਲਿਊ ਨੂੰ ਇੰਕਰੀਮੈਂਟ ਕਰਨਾ ਜਾਂ ਡਿਕਰੀਮੈਂਟ ਕਰਨਾ। ਤੇ ਲਾਸਟ ਵਿੱਚ ਕਰਲੀ ਬ੍ਰੇਸਿਸ ਨਾਲ ਲੂਪ ਜਿਹੜੀ ਹੈ ਖਤਮ ਹੋ ਜਾਏਗੀ। ਇਸੇ ਤਰ੍ਹਾਂ ਰਾਈਟ ਸਾਈਡ ਤੇ ਜਦੋਂ ਡੂ ਵਾਈਲ ਲੂਪ ਯੂਜ਼ ਕਰਾਂਗੇ ਸਭ ਤੋਂ ਪਹਿਲੇ ਡੂ ਕੀਵਰਡ ਆਏਗਾ, ਫਿਰ ਕਰਲੀ ਬ੍ਰੇਸਿਸ ਸਟਾਰਟ ਹੋਣਗੀਆਂ, ਫਿਰ ਇਨੀਸ਼ੀਅਲਾਈਜੇਸ਼ਨ ਮਤਲਬ ਸ਼ੁਰੂ ਵਾਲੀ ਵੈਲਿਊ ਲੂਪ ਨੂੰ ਦੇਣੀ ਪਵੇਗੀ, ਫਿਰ ਬੋਡੀ ਆਫ ਲੂਪ की ਜਿਹੜੀਆਂ ਸਟੇਟਮੈਂਟ ਲੂਪ ਦੇ ਅੰਦਰ ਉਹ ਲਾਗੂ ਹੋਣਗੀਆਂ, ਫਿਰ ਅਪਡੇਸ਼ਨ ਵੈਲਿਊ ਇੰਕਰੀਮੈਂਟ ਜਾਂ ਡਿਕਰੀਮੈਂਟ ਹੋਵੇਗੀ ਤੇ ਲਾਸਟ ਵਿੱਚ ਕਰਲੀ ਬ੍ਰੇਸਿਸ ਖਤਮ ਕਰਨ ਦੇ ਨਾਲ ਹੀ ਵਾਈਲ ਕੰਡੀਸ਼ਨ ਤੇ ਸੈਮੀਕੋਲਨ ਡੂ ਵਾਈਲ ਲੂਪ 'ਚ ਲਗਾਉਣਾ ਜ਼ਰੂਰੀ ਹੈ। ਤੇ ਇਹ ਕੀ ਹੋਇਆ, ਵਾਈਲ ਅਤੇ ਡੂ ਵਾਈਲ ਲੂਪ ਦਾ ਅੰਤਰ। ਬਾਕੀ ਜੋ ਵੀ ਅਸੀਂ ਅੱਜ ਟੌਪਿਕ ਪੜ੍ਹੇ ਨੇ ਜਿਨ੍ਹਾਂ ਦੇ ਅਸੀਂ ਪ੍ਰੋਗਰਾਮ ਕਵਰ ਨਹੀਂ ਕੀਤੇ ਉਹ ਮੈਂ ਨੈਕਸਟ ਸੈਕਸ਼ਨ ਵਿੱਚ ਤੁਹਾਨੂੰ ਸਪੈਸ਼ਲ ਇੱਕ ਪ੍ਰੈਕਟੀਕਲ ਸੈਸ਼ਨ ਕਰਾਵਾਂਗਾ, ਜਿਹਦੇ ਨਾਲ ਕੀ ਹੈ ਕਿ ਜਿੰਨੇ ਵੀ ਪ੍ਰੋਗਰਾਮ ਚਾਹੇ ਉਹ ਕੋਈ ਕੰਟਰੋਲ ਸਟੇਟਮੈਂਟ ਬ੍ਰਾਂਚਿੰਗ ਹੈ, ਲੂਪਿੰਗ ਹੈ, ਜੰਪਿੰਗ ਹੈ, ਉਹ ਸਾਰਿਆਂ ਦੇ ਪ੍ਰੋਗਰਾਮ ਜਿਹੜੇ ਹੈ ਉਹ ਕਲੀਅਰ ਕਰਾਂਗਾ। ਤੇ ਅੱਜ ਲਈ ਇੰਨਾ ਹੀ। ਬਾਕੀ ਜੇਕਰ ਤੁਹਾਡੀ ਕੋਈ ਕੁਐਰੀ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜਾਂ ਆਪਣੇ ਟੀਚਰ ਦੀ ਹੈਲਪ ਲੈ ਸਕਦੇ ਹੋ। ਧੰਨਵਾਦ।